ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ ਖੜਕਣ ਹੱਡੀਆਂ ਵਜਾਉਣ ਡਮਰੂ। ਸਿਆਸਤਾਂ ਨੇ ਮਾਰ ਲਈ ਜਵਾਨੀ ਚੜ੍ਹਦੀ, ਦਿਲ ਮਿਲੇ ਕਿਤੇ ਅੱਖ ਕਿਤੇ ਲੜਦੀ। ਮਰ ਜਾਣਾ ਮਾਨਾ ਕੀ ਭਰੋਸਾ ਕੱਲ੍ਹ ਦਾ, ਬੁਰਾ ਨਹੀਂ ਮਨਾਈਦਾ ਕਿਸੇ ਦੀ ਗੱਲ ਦਾ। ਕਹਿ ਗਏ ਨੇ ਲੋਕ ਸਿਆਣੇ ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਦੁਨੀਆ ਦਾ। ਅਜੀਤ ਵੈਬ ਟੀਵੀ ਵੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਦੋਸਤੋ। ਮੈਂ ਹਾਂ ਤੁਹਾਡਾ ਸਾਥੀ ਧਰਵਿੰਦਰ ਸਿੰਘ ਔਲਖ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਬਲਦੇਵ ਸਿੰਘ ਕੰਬੂ। ਅੱਜ ਅਸੀਂ ਇੱਕ ਨੌਜਵਾਨ ਨਾਲ ਮੁਲਾਕਾਤ ਕਰਵਾਵਾਂਗੇ ਜੋ ਨਸ਼ਿਆਂ ਦੇ ਵਿੱਚ ਆਪਣਾ ਸਾਰਾ ਕਾਰੋਬਾਰ ਬਰਬਾਦ ਕਰ ਚੁੱਕਾ ਸੀ। ਉਹਦੀ ਬੁਰੀ ਹਾਲਤ ਹੋ ਚੁੱਕੀ ਸੀ, ਪਰ ਉਸ ਨੇ ਆਪਣੇ ਤਗੜਾ ਜਿਰਾ ਕਰਦੇ ਹੋਏ ਬੜੀ ਹਿੰਮਤ ਦੇ ਨਾਲ 1 ਸਾਲ ਬਾਅਦ ਨਸ਼ਾ ਛੱਡ ਕੇ ਅੱਜ ਉਹ ਆਪਣੀ ਜ਼ਿੰਦਗੀ ਵਧੀਆ ਢੰਗ ਦੇ ਨਾਲ ਜਿਉ ਰਿਹਾ। ਤੇ ਆਓ ਮਿਲਦੇ ਹਾਂ ਸਰਮੁਖ ਸਿੰਘ ਨੂੰ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਰਹਿੰਦੇ ਨੇ। ਪਿਆਰੇ ਦੋਸਤੋ, ਸਾਡੇ ਨਾਲ ਮੌਜੂਦ ਨੇ ਇਸ ਵੇਲੇ ਨਸ਼ਾ ਛੱਡ ਕੇ ਆਪਣੀ ਵਧੀਆ ਜ਼ਿੰਦਗੀ ਜੀ ਰਹੇ ਨੇ ਸਰਮੁਖ ਸਿੰਘ, ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਰਹਿੰਦੇ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਵੀਰ ਜੀ, ਅਜੀਤ ਵੈਬ ਟੀਵੀ ਵੱਲੋਂ ਤੁਹਾਡਾ ਸਵਾਗਤ ਕਰਦੇ ਆ ਜੀ। ਤੁਹਾਡਾ ਵੀ ਭਾਜੀ ਬਹੁਤ ਬਹੁਤ ਸਵਾਗਤ। ਅਜੀਤ ਵੈਬ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਬਹੁਤ ਬਹੁਤ ਸਵਾਗਤ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵੀਰ ਜੀ, ਜਿਵੇਂ ਅਸੀਂ ਵੇਖ ਰਹੇ ਹਾਂ ਇਸ ਵੇਲੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਇੱਕ ਹੜ੍ਹ ਚੱਲ ਰਿਹਾ ਵਾ, ਬਹੁਤ ਸਾਰੇ ਨੌਜਵਾਨ ਜਿਹੜੇ ਉਹ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਨੇ ਤੇ ਤੁਸੀਂ ਵੀ ਇਸ ਦੌਰ ਦੇ ਵਿੱਚੋਂ ਲੰਘੇ ਹੋ। ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਨੂੰ ਨਸ਼ੇ ਦੀ ਲੱਤ ਕਿਵੇਂ ਲੱਗੀ? ਨਸ਼ੇ ਦੀ ਲੱਤ ਤਾਂ ਜੀ ਸਭ ਤੋਂ ਸ਼ੁਰੂ ਤੋਂ ਪਹਿਲਾਂ ਇਹ ਗੱਲ ਦੱਸਾਂਗਾ ਜੀ, ਆਪਾਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਿਸੇ ਵੇਲੇ ਕਰਦੇ ਕਿ ਅਸੀਂ ਸਹੀ ਹਾਂ, ਸਾਨੂੰ ਮਾੜੀ ਸੰਗਤ ਦਾ ਕੋਈ ਅਸਰ ਨਹੀਂ ਹੁੰਦਾ। ਮੇਰੀ ਕੁਝ ਸੰਗਤ ਮਾੜੀ ਸੀ, ਮੈਂ ਆਪਣੀ ਸੰਗਤ ਮਾੜੀ ਨਾਲ ਕੋਈ 5-7 ਸਾਲ ਗੁਜ਼ਾਰੇ, ਪਰ ਉਹ ਮਾੜੀ ਸੰਗਤ ਦਾ ਕਿਸੇ ਨਾ ਕਿਸੇ ਟਾਈਮ 'ਤੇ ਆਣ ਕੇ ਮੇਰੇ 'ਤੇ ਐਸਾ ਰੰਗ ਚੜ੍ਹ ਗਿਆ ਕਿ ਮੈਂ ਉਸ ਸੰਗਤ ਦੇ ਨਾਲ ਹੀ ਰਲ ਗਿਆ ਅਤੇ ਉਸ ਤੋਂ ਮੇਰੀ ਨਸ਼ੇ ਦੀ ਲੱਤ ਜਿਹੜੀ ਸ਼ੁਰੂ ਹੋ ਗਈ ਅਤੇ ਉਸ ਤੋਂ ਬਾਅਦ ਦੇ 'ਚ ਮੈਂ ਨਸ਼ੇ ਦੀ ਲੱਤ ਜਾਗ ਗਈ ਅਤੇ ਉਸ ਤੋਂ ਬਾਅਦ ਦੇ 'ਚ ਮੈਂ ਨਸ਼ੇ ਦੇ ਵਿੱਚ ਆਦੀ ਹੋ ਗਿਆ। ਇਹ ਤੁਹਾਡੀ ਉਮਰ ਕਿੰਨੀ ਹੈ ਇਸ ਵੇਲੇ? ਮੇਰੀ ਉਮਰ ਇਸ ਵੇਲੇ ਜੀ 35 ਸਾਲ ਦੇ ਲਗਭਗ। ਤੇ ਜਦੋਂ ਨਸ਼ਾ ਲੱਗਾ ਉਦੋਂ ਤੁਹਾਡੀ ਉਮਰ ਕਿੰਨੀ ਸੀ? ਉਦੋਂ ਮੇਰੀ ਉਮਰ ਹੈਗੀ ਸੀ ਜੀ ਕੋਈ 34-33 ਸਾਲ, 33-34 ਸਾਲ ਜੀ। ਅੱਛਾ, ਮੇਰਾ ਥੋੜ੍ਹਾ ਦੇਰ ਪਹਿਲਾਂ ਦੀ ਗੱਲ ਆ। ਕੋਈ 2018 ਦੇ ਵਿੱਚ ਮੈਂ ਨਸ਼ੇ ਦੇ ਵਿੱਚ ਲੱਗਦਾ ਸੀ ਜੀ। ਤੇ ਪੜ੍ਹਾਈ ਤੁਸੀਂ ਕਿੰਨੀ ਕੀਤੀ? ਪੜ੍ਹਾਈ ਮੈਂ +2 ਤੱਕ ਪੜ੍ਹਿਆ ਸੀ। ਉਸ ਤੋਂ ਬਾਅਦ ਦੇ ਵਿੱਚ ਮੈਂ ਆਪਣੇ ਲੈਬ ਟੈਕਨੀਸ਼ੀਅਨ ਦਾ ਕੋਰਸ ਕੀਤਾ ਸੀ। ਇੱਕ ਵਧੀਆ ਮੈਡੀਕਲ ਲੈਬ ਟੈਕਨੀਸ਼ੀਅਨ ਸੀ, ਲੈਬ ਚਲਾਉਂਦਾ ਸੀ ਜੀ। ਅਤੇ ਉਸ ਤੋਂ ਉਪਰੰਤ ਮੈਂ ਆਪਣਾ ਕੰਮ ਕਾਰੋਬਾਰ ਕਰਦਾ ਸੀ, ਪਰ ਮੇਰੇ ਥੋੜ੍ਹੀ ਜਿਹੀ ਯਾਰੀ ਦੋਸਤੀ ਮਾੜੀ ਹੋਣ ਕਰਕੇ, ਕੋਈ ਮਾੜੀ ਸੰਗਤ ਹੋਣ ਕਰਕੇ ਨਾਲ ਬਹਿੰਦੇ ਸੀ, ਪਰ ਉਹਨਾਂ ਦਾ ਰੰਗ ਹੌਲੀ ਹੌਲੀ ਕਰਕੇ ਮੇਰੇ 'ਤੇ ਚੜ੍ਹ ਗਿਆ। ਨਹੀਂ, ਉਹਨਾਂ ਦਾ ਰੰਗ ਤੇ ਚੜ੍ਹਿਆ, ਪਰ ਤੁਸੀਂ ਕਿਵੇਂ ਨਸ਼ਾ ਕਰਨ ਲੱਗ ਪਏ? ਹੋ ਸਕਦਾ ਤੁਹਾਨੂੰ ਉਹਨਾਂ ਨੇ ਮਜਬੂਰ ਕੀਤਾ ਹੋਵੇ ਜਾਂ ਤੁਹਾਡਾ ਆਪਣਾ ਦਿਲ ਕਰਦਾ ਸੀ ਨਸ਼ਾ ਕਰਨ ਨੂੰ। ਵੇਖੋ ਜੀ, ਜਿਹੜੀ ਸੰਸਾਰ ਦੇ ਵਿੱਚ ਜੋ ਚੀਜ਼ ਅਸੀਂ ਵੇਖਦੇ ਹਾਂ ਨਾ, ਉਸ ਚੀਜ਼ ਨੂੰ ਵੇਖਦਿਆਂ ਹੋਇਆਂ ਸਾਡਾ ਵਧੋ ਵਧੀ ਮਨ ਕਰ ਆਉਂਦਾ ਕਿ ਜਿਹੜੇ ਮੇਰੇ ਨਾਲ 4-5 ਦੋਸਤ ਹੈਗੇ ਆ, ਉਹਨਾਂ ਨੇ ਇਹ ਕੰਮ ਕੀਤਾ। ਉਹਨਾਂ ਦੀ ਹਾਲਾਤ ਵੀ ਦੇਖਦਾ ਸੀ, ਬਹੁਤ ਮਾੜੇ ਸੀ। ਹੌਲੀ ਹੌਲੀ ਕਰਕੇ ਉਹਨਾਂ ਨੇ ਮੈਨੂੰ ਆਪਣੇ ਨਾਲ ਮਜਬੂਰ ਕਰਕੇ ਜੋੜਨ ਦੀ ਕੋਸ਼ਿਸ਼ ਕੀਤੀ ਕਿ ਇਹ ਵਿੱਚ ਸਹੀ ਆ। ਹੌਲੀ ਹੌਲੀ ਕਰਕੇ ਕੁਛ ਕਹਿ ਲਓ ਕਿ ਮੇਰੀ ਕਿਸਮਤ ਦੇ ਵਿੱਚ ਵੀ ਇਹ ਨਸ਼ੇ ਦਾ ਇੱਕ ਲਿਖਿਆ ਸੀ ਗਿਆ ਸੀ ਕਿ ਮੈਂ ਉਸ ਨੂੰ ਕਰਨ ਵਾਸਤੇ ਮਜਬੂਰ ਹੋ ਗਿਆ ਅਤੇ ਉਹ ਕੀਤਾ ਗਿਆ ਜੀ। ਤੇ ਕਿਹੜਾ ਨਸ਼ਾ ਕਰਦੇ ਸੀ ਤੇ ਉਹ ਕਿੰਨੀ ਕੁ ਮਾਤਰਾ ਦੇ ਵਿੱਚ ਲੈਣ ਲੱਗ ਗਏ? ਮੈਂ ਤਾਂ ਜੀ ਜਿਹਨੂੰ ਵਾਈਟ ਹੀਰੋਇਨ ਬੋਲਦੇ, ਚਿੱਟਾ, ਉਹ ਨਸ਼ਾ ਸ਼ੁਰੂ ਕੀਤਾ, ਉਹੀ ਲਿਆ। ਅਤੇ ਮੁੜ ਕੇ ਬਾਅਦ ਵਿੱਚ ਤਾਂ ਪਹਿਲਾਂ ਤਾਂ ਥੋੜ੍ਹੇ ਥੋੜ੍ਹੇ ਤੋਂ ਸ਼ੁਰੂ ਕੀਤਾ, ਜਿਵੇਂ ਅੱਜ ਕੀਤਾ, ਅੱਜ ਤੋਂ 10 ਦਿਨ ਬਾਅਦ ਦੇ ਵਿੱਚ ਕੀਤਾ। 10 ਦਿਨ ਤੋਂ ਬਾਅਦ ਦੇ 'ਚ ਫਿਰ ਜ਼ਿਆਦਾ ਦੋਸਤਾਂ ਨੇ ਆਖਿਆ ਚੱਲ ਕੋਈ ਗੱਲ ਨਹੀਂ, ਇੱਕ ਵਾਰੀ ਫੇਰ ਲੈ ਲਾ, ਕਿਹੜੀ ਗੱਲ ਹੈ, ਉੱਦਣ ਨਹੀਂ ਤੈਨੂੰ ਇਹਨੇ ਕੁਛ ਆਖਿਆ ਅਤੇ ਅੱਜ ਕੀ ਆਖੇਗਾ। ਉੱਦਣ ਵੀ ਕੀਤਾ। ਉਸ ਤੋਂ ਬਾਅਦ ਦੇ 'ਚ ਥੋੜ੍ਹੇ 5-4 ਦਿਨ ਦੇ ਵਿੱਚ ਕਰਨ ਲੱਗ ਪਏ, 5-4 ਦਿਨ ਦੇ ਵਿੱਚ 2 ਦਿਨ 3 ਦਿਨ ਬਾਅਦ ਕਰਨ ਲੱਗ ਪਏ। ਜੇ ਸਿੱਧੀ ਗੱਲ ਕਰੀਏ ਜੀ, ਪਹਿਲਾਂ ਤਾਂ ਸ਼ੌਂਕੀਆ ਤੌਰ 'ਤੇ ਸ਼ੁਰੂ ਹੋ ਗਿਆ, ਮੁੜ ਕੇ ਹੌਲੀ ਹੌਲੀ ਕਰਕੇ ਇਹਦੀ ਸਾਡੀ ਆਦਤ ਬਣ ਚੁੱਕੀ ਅਤੇ ਮੁੜ ਕੇ ਐਂਡ 'ਤੇ ਮੇਰੀ ਮਜਬੂਰੀ ਹੀ ਬਣ ਗਿਆ ਸੀ ਕਿ ਮੈਂ ਨਸ਼ਾ ਲੈਣ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ ਸੀ। ਇਸ ਤਰ੍ਹਾਂ ਮੇਰਾ ਨਸ਼ੇ ਦਾ ਦੌਰ ਸ਼ੁਰੂ ਹੋਇਆ। ਅਤੇ ਇਹ ਉਸ ਸਮੇਂ ਜਿਹੜੇ ਆ ਤੁਹਾਡਾ ਕਾਰੋਬਾਰ ਸੀ ਉਹਦੇ 'ਤੇ ਫਿਰ ਕੀ ਫਰਕ ਪਿਆ ਇਹਦਾ? ਕਾਰੋਬਾਰ 'ਤੇ ਵੇਖੋ ਜੀ, ਕਾਰੋਬਾਰ 'ਤੇ ਤਾਂ ਬਿਲਕੁਲ ਫਰਕ ਪੈਂਦਾ ਕਿਉਂਕਿ ਤੁਹਾਨੂੰ ਪਤਾ ਕਿ ਨਸ਼ਾ ਇੱਕ ਇਹੋ ਜਿਹੀ ਚੀਜ਼ ਆ ਜਿਹਨੂੰ ਸੰਸਾਰ ਐਕਸੈਪਟ ਨਹੀਂ ਕਰਦਾ। ਕਦੀ ਵੀ ਸੰਸਾਰ, ਭਾਵੇਂ ਅਸੀਂ ਕਿੱਡਾ ਮਰਜ਼ੀ ਵਧੀਆ ਕੰਮ ਕਰਦੇ ਹੋਵਾਂਗੇ, ਪਰ ਜਦੋਂ ਅਸੀਂ ਨਸ਼ਾ ਕਰਦੇ ਹਾਂ ਸਾਨੂੰ ਸੰਸਾਰ ਐਕਸੈਪਟ ਨਹੀਂ ਕਰੂਗਾ। ਸੰਸਾਰ ਨੇ ਮੈਨੂੰ ਐਕਸੈਪਟ ਨਹੀਂ ਕੀਤਾ। ਮੇਰੇ ਕਾਰੋਬਾਰ ਵੀ ਬੰਦ ਹੋ ਗਏ, ਮੇਰੇ ਘਰ ਦੇ ਖਰਚੇ ਜਿਹੜੇ ਚਲਾਉਣੇ ਮੁਸ਼ਕਿਲ ਹੋ ਗਏ। ਜੋ ਮੇਰੇ ਕੋਲ ਆਪਣੇ ਕੋਲ ਪੂੰਜੀਪਾਤੀ ਸੀ ਉਹ ਸਾਰੀ ਮੈਂ ਵੇਚਣੀ ਸ਼ੁਰੂ ਕਰ ਦਿੱਤੀ। ਤਕਰੀਬਨ ਦੇਖ ਲਓ ਕਿ ਇਹ ਐਸਾ ਨਸ਼ਾ ਸੀ ਕਿ ਇਸ ਨੇ ਮੇਰੀ ਇੰਨੀ ਮਾੜੀ ਹਾਲਤ ਕਰ ਦਿੱਤੀ ਕਿ ਮੇਰੇ ਯਾਰ ਦੋਸਤ, ਜਿਹੜੇ ਚੰਗੇ ਸੱਜਣ ਮਿੱਤਰ ਸੀ ਮੇਰੇ, ਜਿਹੜੇ ਪਰਮਾਤਮਾ ਨੂੰ ਮੰਨਦੇ ਸੀ, ਉਹ ਵੀ ਮੇਰੇ ਤੋਂ ਕਿਨਾਰਾ ਕਰਨਾ ਸ਼ੁਰੂ ਹੋ ਗਏ। ਪੈਸੇ ਦਾ ਨੁਕਸਾਨ ਤਾਂ ਹੋਇਆ ਜਿਹੜਾ ਹੋਇਆ, ਪਰ ਉਸ ਦੇ ਨਾਲ ਨਾਲ ਮੇਰਾ ਜਿਹੜਾ
ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਦਾ, ਆਪਣੇ ਨਾਲ ਮਤਲਬ ਕਿ ਜਿਹੜੇ ਚੰਗੇ ਬੰਦੇ ਸੀ ਜਿਨ੍ਹਾਂ ਦੇ ਨਾਲ ਮੇਰਾ ਬਹਿਣ ਖਲੋਣ ਸੀ, ਉਹਨਾਂ ਨਾਲ ਸਾਰਾ ਮੇਰਾ ਕੰਟਰੈਕਟ ਟੁੱਟ ਗਿਆ। ਇਹ ਜਦੋਂ ਹੈਰੋਇਨ ਦਾ ਨਸ਼ਾ ਸ਼ੁਰੂ ਕੀਤਾ, ਇਸ ਤੋਂ ਪਹਿਲਾਂ ਕਦੇ ਕੋਈ ਨਸ਼ਾ ਹੋਰ ਕਿਸੇ ਕਿਸਮ ਦਾ ਲੈ ਕੇ ਵੇਖਿਆ ਸੀ? ਨਹੀਂ, ਮੈਂ ਸ਼ੁਰੂ ਤੋਂ ਹੀ ਮਹਾਰਾਜ ਦੀ ਕਿਰਪਾ ਨਾਲ, ਸੱਚੇ ਪਾਤਸ਼ਾਹ ਦੀ ਨਾਲ ਕੋਈ ਵੀ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਸੀ ਲਿਆ। ਪਰ ਸ਼ੁਰੂ ਹੀ ਮੇਰਾ ਇਹ ਤੋਂ ਹੋਇਆ, ਕਿਉਂਕਿ ਮੇਰੀ ਮਾੜੀ ਜਿਹੜੀ ਸੰਗਤ ਸੀ, ਉਹ ਸੰਗਤ ਮੇਰੀ ਜਿਹੜੀ ਹੀਰੋਇਨ ਦਾ ਨਸ਼ਾ ਲੈਂਦੀ ਸੀ, ਅਤੇ ਉਹਨਾਂ ਕਰਕੇ ਮੈਂ ਇਸ ਨਸ਼ੇ ਵਿੱਚ ਹੀ ਸਿੱਧਾ ਚਲਾ ਗਿਆ। ਇਹ ਕਿੰਨਾ ਕੁ ਖਰਚਾ ਹੁੰਦਾ ਸੀ ਰੋਜ਼ਾਨਾ ਦਾ ਜਿਹੜਾ ਇਹ ਨਸ਼ੇ ਦੇ ਉੱਤੇ ਤੁਹਾਡਾ ਹੁੰਦਾ ਸੀ? ਦੇਖੋ ਜੀ, ਪਹਿਲਾਂ ਤਾਂ ਮੇਰਾ ਸ਼ੁਰੂ ਹੋਇਆ ਸੀ ਜੀ ਕੋਈ 300 400 500 ਤੋਂ, ਫਿਰ 1000 ਤੱਕ ਪਹੁੰਚਿਆ, 2000 ਤੱਕ ਪਹੁੰਚਿਆ, 4000 ਤੱਕ ਪਹੁੰਚਿਆ, 5000 ਤੱਕ ਪਹੁੰਚਿਆ। ਕੋਈ ਐਸਾ ਸਮਾਂ ਆ ਗਿਆ ਜਿਸ ਟਾਈਮ 'ਤੇ ਲਾਸਟ 'ਤੇ ਮੈਂ 5-5 6-6 ਹਜ਼ਾਰ ਤੋਂ ਘੱਟ ਨਸ਼ਾ ਨਹੀਂ ਸੀ ਕਰ ਸਕਦਾ। ਜੇ ਨਸ਼ਾ ਘੱਟ ਕਰਦਾ ਸੀ ਤਾਂ ਮੇਰੀ ਪ੍ਰੋਬਲਮ ਜ਼ਿਆਦਾ ਆਉਂਦੀ ਸੀ, ਮੇਰੇ ਸਰੀਰ ਦੇ ਵਿੱਚ ਬਹੁਤ ਜ਼ਿਆਦੀਆਂ ਟੋਟਾਂ ਪੈਂਦੀਆਂ ਸੀ, ਕਿਉਂਕਿ ਮੈਂ ਆਪਣੀ ਡੋਜ਼ ਨੂੰ ਜ਼ਿਆਦਾ ਹੈਵੀ ਕਰ ਲਿਆ ਸੀ। ਤੇ ਇਹ ਵਿਆਹ ਹੋ ਚੁੱਕਿਆ ਸੀ ਤੁਹਾਡਾ ਪਹਿਲਾਂ? ਹਾਂ, ਮੇਰਾ ਵਿਆਹ ਹੋ ਚੁੱਕਿਆ ਸੀ, ਮੇਰਾ ਇੱਕ ਬੇਟਾ ਸੀ ਅਤੇ ਵਧੀਆ ਲਾਈਫ ਚੱਲ ਰਹੀ ਸੀ, ਮੈਰਿਡ ਲਾਈਫ ਵਧੀਆ ਚੱਲ ਰਹੀ ਸੀ। ਪਰ ਉਸ ਤੋਂ ਬਾਅਦ ਵਿੱਚ ਕਾਫੀ ਲਾਈਫ ਦੇ ਵਿੱਚ ਉਤਰਾਅ ਚੜ੍ਹਾਅ ਆਏ। ਚਲੋ ਉਸ ਪ੍ਰਮਾਤਮਾ ਦੀ ਕਿਰਪਾ ਕਿ ਮੈਂ ਅੱਜ ਠੀਕ ਹਾਂ, ਅਤੇ ਮੇਰੀ ਮਤਲਬ ਕਿ ਲਾਈਫ ਵੀ ਠੀਕ ਆ। ਮੇਰੀ ਵਾਈਫ ਨੇ ਵੀ ਮੇਰਾ ਸਾਥ ਦਿੱਤਾ, ਉਹਨਾਂ ਨੇ ਵੀ ਮੈਨੂੰ ਨਸ਼ੇ ਵਿੱਚੋਂ ਕੱਢਣ ਵਿੱਚ ਬਹੁਤ ਜ਼ਿਆਦਾ ਸਾਥ ਦਿੱਤਾ। ਇਹ ਸਰਕਾਰਾਂ ਜਦੋਂ ਇੱਕ ਦੂਜੇ 'ਤੇ ਦੋਸ਼ ਲਾਉਂਦੀਆਂ ਨੇ, ਇੱਕ ਦੂਜੇ 'ਤੇ ਦੋਸ਼ ਲਾ ਦਿੰਦੀਆਂ ਜੀ ਨਸ਼ੇ ਉਹਦੇ ਕਰਕੇ ਵਧੇ ਜੀ, ਉਹ ਸਰਕਾਰ ਨੇ ਲਿਆਂਦੇ। ਅਤੇ ਹੁਣ ਜਿਵੇਂ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਅਸੀਂ ਇਹ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਾਂਗੇ, ਪਰ ਇਹ ਜਿਹੜਾ ਦੌਰ ਆ ਇਸੇ ਸਰਕਾਰ ਦੇ ਸਮੇਂ ਤੁਸੀਂ ਦੱਸ ਰਹੇ ਹੋ, ਅਤੇ ਨਸ਼ੇ ਦੀ ਸਪਲਾਈ ਕਿਵੇਂ ਆਰਾਮ ਨਾਲ ਹੋ ਜਾਂਦੀ ਸੀ ਜਾਂ ਬੜੀ ਮੁਸ਼ਕਿਲ ਨਾਲ ਮਿਲਦਾ ਹੈ? ਇਹ ਵੇਖੋ ਜੀ, ਨਸ਼ੇ ਦੀ ਸਪਲਾਈ ਤਾਂ ਲੋਕਡਾਊਨ ਦੇ ਵਿੱਚ ਵੀ ਆਰਾਮ ਨਾਲ ਹੁੰਦੀ ਰਹੀ ਆ, ਜੋ ਕਿ ਮੈਂ ਲੋਕਡਾਊਨ ਤੋਂ ਪਹਿਲਾਂ ਛੱਡ ਚੁੱਕਾ ਸੀ। ਪਰ ਵੇਖੋ ਤੁਸੀਂ, ਅੱਜ ਤੱਕ ਨਸ਼ੇ ਦੀ ਸਪਲਾਈ ਕਦੀ ਬੰਦ ਹੋਈ ਆ? ਨਹੀਂ ਬੰਦ ਹੋਈ। ਨਸ਼ੇ ਦੀ ਸਪਲਾਈ, ਸਰਕਾਰਾਂ ਨਸ਼ੇ ਦੀ ਸਪਲਾਈ ਬੰਦ ਕਰਨੀਆਂ ਚਾਹੁਣ ਤਾਂ ਅੱਜ ਕਰ ਸਕਦੀਆਂ, ਪਰ ਕੀ ਕੀਤਾ ਜਾ ਸਕਦਾ? ਸਰਕਾਰਾਂ ਦੇ ਵਿੱਚ ਹੀ ਤਾਂ ਬੰਦੇ ਨੇ ਜਿਹੜੇ ਆਪ ਨਸ਼ਾ ਵਿਕਾਉਂਦੇ ਨੇ। ਪ੍ਰਸ਼ਾਸਨ ਨਸ਼ਾ ਬੰਦ ਕਰ ਸਕਦਾ? ਨਹੀਂ ਹੋ ਰਿਹਾ। ਇਸ ਕਰਕੇ ਇਹਦੇ ਵਿੱਚ ਅਸੀਂ ਇਹ ਵੀ ਕਹਿ ਸਕਦੇ ਕਿ ਜੇ ਸਰਕਾਰ ਚਾਹਵੇ ਤਾਂ ਨਸ਼ਾ ਬੰਦ ਕਰ ਸਕਦੀ ਹੈ। ਸਰਕਾਰ ਵੀ ਨਸ਼ਾ ਨਹੀਂ ਚਾਹੁੰਦੀ ਬੰਦ ਕਰਨਾ। ਜਿਵੇਂ ਤੁਸੀਂ ਦੱਸਿਆ, ਇਸ ਸਮੇਂ ਦੌਰਾਨ ਤੁਹਾਡਾ ਜਿਹੜਾ ਕਾਰੋਬਾਰ ਉਹ ਠੱਪ ਹੋ ਗਿਆ, ਜਿਹੜੀ ਜਮ੍ਹਾਂ ਪੂੰਜੀ ਸੀ ਉਹ ਵੀ ਖਤਮ ਹੋ ਗਈ। ਫਿਰ ਤੁਸੀਂ ਆਪਣਾ ਨਸ਼ਾ ਪੂਰਾ ਕਰਨ ਵਾਸਤੇ ਕੀ ਕਰਦੇ ਸੀ? ਕਿੱਥੋਂ ਪੈਸੇ ਦਾ ਪ੍ਰਬੰਧ ਕਰਦੇ ਸੀ? ਮੈਂ ਇੱਕ ਗੱਲ ਤੁਹਾਨੂੰ ਬਿਲਕੁਲ ਬੜੇ ਵਧੀਆ ਤਰੀਕੇ ਨਾਲ ਦੱਸਾਂਗਾ ਕਿ ਮੈਂ ਗੁਰੂ ਰਾਮਦਾਸ ਦੇ ਘਰ ਹਰ ਸ਼ਨੀਵਾਰ ਦੇ ਸ਼ਨੀਵਾਰ ਜਾਂਦਾ ਹੁੰਦਾ ਸੀ, ਅਤੇ ਉਸ ਘਰ ਵਿੱਚ ਜਾ ਕੇ ਮੈਂ ਇੱਕੋ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ, ਬਾਹਰ ਦਾ ਕੋੜ ਦੁਨੀਆ ਵੇਖਦੀ ਆ, ਅੰਦਰ ਦਾ ਕੋੜ ਤੂੰ ਦੇਖਦਾ। ਇਹ ਅੰਦਰ ਦਾ ਕੋੜ ਆ, ਇਸ ਮੇਰੇ ਕੋੜ ਨੂੰ ਕੱਟ ਦੇ। ਜਿਸ ਟਾਈਮ ਮੈਨੂੰ ਪਤਾ ਲੱਗਾ ਕਿ ਮੇਰੀ ਸਾਰੀ ਪੂੰਜੀਪਾਤੀ ਖਤਮ ਹੋ ਗਈ ਆ, ਤਾਂ ਮੈਂ ਆਪਣੇ ਘਰੇ ਦੱਸ ਦਿੱਤਾ ਖੁਦ ਆਪ। ਤਾਂ ਉਹਨਾਂ ਨੇ ਮੇਰਾ ਇਹ ਟਰੀਟਮੈਂਟ ਕਰਵਾਇਆ। ਟਰੀਟਮੈਂਟ ਕਰਵਾਉਣ ਤੋਂ ਬਾਅਦ ਦੇ ਵਿੱਚ ਮੈਂ ਫਿਰ ਦੁਬਾਰਾ ਨਸ਼ੇ ਦੀ ਲੱਤ ਦੇ ਵਿੱਚ ਚੱਲ ਪਿਆ। ਅਤੇ ਉਸ ਤੋਂ ਉਪਰੰਤ ਇਹ ਹੀ ਕਿ ਮੈਂ ਜੋ ਵੀ ਖਰਚਾ ਸੀ, ਆਪਦੇ ਘਰ ਦਾ ਖਰਚਾ ਸੀ, ਯਾਰਾਂ ਮਿੱਤਰਾਂ ਕੋਲੋਂ ਮੰਗ ਕੇ ਖਰਚ ਲਿਆ। ਕਿਸੇ ਨੂੰ ਕਹਿ ਤਾ 5000 ਦੇ, ਕਿਸੇ ਨੂੰ ਕਹਿ ਤਾ 10000 ਦੇ। ਅਤੇ ਮੇਰੇ ਕੋਲ ਗੱਡੀਆਂ ਸੀ, ਮੋਟਰਸਾਈਕਲ ਸੀ, ਉਹ ਵੇਚ ਕੇ ਘਰਦਿਆਂ ਨੂੰ ਪਤਾ ਨਾ ਲੱਗਣ ਦਿੱਤਾ। ਬੈਂਕ ਬੈਲੈਂਸ ਚੁੱਕ ਲਏ, ਪੈਲੀ ਦੀਆਂ ਲਿਮਟਾਂ ਬਣਾ ਲਈਆਂ, ਸਭ ਕੁਛ ਇਹ ਕਤਰ ਕੇ ਆਪਣੇ ਨਸ਼ੇ ਦੀ ਪੂਰਤੀ ਕਰਦਾ ਰਿਹਾ, ਘਰਦਿਆਂ ਤੋਂ ਚੋਰੀ ਕਰਕੇ। ਇਹ ਕਈ ਨੌਜਵਾਨ ਜਿਹੜੇ ਆ ਉਹ ਲੁੱਟਾਂ ਖੋਹਾਂ ਕਰਨ ਲੱਗ ਪੈਂਦੇ ਜਾਂ ਚੋਰੀਆਂ ਕਰਦੇ, ਕੋਈ ਇੱਥੋਂ ਤੱਕ ਨੌਬਤ ਨਹੀਂ ਆਈ ਤੁਹਾਡੀ? ਮੈਂ ਸਿਰਫ ਤੁਹਾਨੂੰ ਦੱਸਾਂਗਾ ਜੀ, 12 ਮਹੀਨੇ ਨਸ਼ਾ ਕੀਤਾ। 12 ਮਹੀਨਿਆਂ ਦੇ ਵਿੱਚ ਪਰਮਾਤਮਾ ਨੇ ਮੈਨੂੰ, ਘਰ ਦੇ ਵਿੱਚ ਕੋਈ ਪੈਲੀ ਵੀ ਸੀ, ਕੋਈ ਆਪਣਾ ਬੈਂਕ ਬੈਲੈਂਸ ਵੀ ਸੀ, ਉਹਦੇ ਵਿੱਚ ਹੀ ਮੈਂ ਨਸ਼ਾ ਜ਼ਿਆਦਾ ਕੀਤਾ। ਉਹਦੇ ਵਿੱਚ ਜਿਹੜਾ ਨਸ਼ਾ ਕਰਕੇ ਉਹ ਸਭ ਕੁਝ ਖਤਮ ਕੀਤਾ। ਪਰ ਇਹ ਹੈ ਕਿ ਇੰਨੀ ਕੁ ਪਰਮਾਤਮਾ ਦੀ ਕਿਰਪਾ ਵੀ ਨਾ ਮੈਂ ਨਸ਼ਾ ਵੇਚਿਆ ਅਤੇ ਨਾ ਮੈਨੂੰ ਕਿਸੇ ਦੀ ਚੋਰੀ ਕਰਨ ਦੀ ਨੌਬਤ ਆਈ। ਇਸ ਸਮੇਂ ਦੌਰਾਨ 1 ਸਾਲ ਦੇ ਵਿੱਚ ਇਹ ਕਿੰਨੇ ਕੁ ਪੈਸੇ ਜਿਹੜੇ ਆ ਤੁਸੀਂ ਬਰਬਾਦ ਕੀਤੇ ਨਸ਼ੇ 'ਤੇ? ਤੁਸੀਂ ਆਪ ਦੇਖ ਲਓ ਕਿ ਜਦੋਂ ਲਾਸਟ 'ਤੇ ਸੀ, ਮੇਰੀ 6000 7000 ਤੋਂ ਥੱਲੇ ਡੋਜ਼ ਨਹੀਂ ਸੀ। ਤੁਸੀਂ ਉਹਨੂੰ ਕੈਲਕੂਲੇਸ਼ਨ ਕਰਕੇ ਵੇਚ ਸਕਦੇ ਜੇ ਕਿ 10 ਤੋਂ 15 ਲੱਖ ਰੁਪਈਏ ਦੇ ਲਗਭਗ ਮੈਨੂੰ ਸਾਲ ਇੱਕ ਦੇ ਵਿੱਚ ਹੀ ਬਰਬਾਦ ਕਰ ਲਿਆ ਜੀ। 1 ਸਾਲ ਦੇ ਵਿੱਚ ਮੈਂ ਇੰਨਾ ਆਪਣਾ ਨੁਕਸਾਨ ਕਰ ਲਿਆ। ਪਰ ਮੈਂ ਆਪਣੇ ਸ਼ੁਕਰਗੁਜ਼ਾਰ ਹਾਂ ਅੱਜ ਆਪਣੇ ਵੱਡੇ ਬ੍ਰਦਰ ਦਾ, ਮੇਰੇ ਮਾਤਾ ਜੀ ਦਾ। ਉਹਨਾਂ ਨੇ ਸੇਵਾ ਸੁੱਖੀਆਂ ਸੀ, ਉਹਨਾਂ ਦੇ ਪੈਰਾਂ 'ਚ ਛਾਲੇ ਪੈ ਗਏ ਸੀ। ਕਹਿੰਦੇ ਨੇ ਕਿ ਪ੍ਰਮਾਤਮਾ ਦੇ ਘਰ ਜਾਈਏ ਅਤੇ ਪ੍ਰਮਾਤਮਾ ਸਭ ਕੁਛ ਦਿੰਦਾ। ਉਹਨਾਂ ਨੇ ਪ੍ਰਮਾਤਮਾ ਦੇ ਘਰ ਨੰਗੇ ਪੈਰੀਂ ਤੁਰ ਕੇ ਜਾਣਾ ਕਿ ਮੇਰੇ ਪੁੱਤ ਨੂੰ ਜਿਹੜੀ ਲੱਤ ਲੱਗ ਗਈ ਹੈ ਨਸ਼ੇ ਦੀ, ਨਸ਼ਾ ਜਿਹੜਾ ਕਰਨ ਲੱਗ ਗਿਆ, ਇਹ ਨਸ਼ਾ ਛੱਡ ਦੇ। ਉਹਨਾਂ ਨੇ ਉਸ ਚੀਜ਼ ਨੂੰ ਨਹੀਂ ਮਤਲਬ ਛੱਡਿਆ। ਲੰਗਰ ਲਾਉਂਦੇ ਰਹੇ, ਛਬੀਲ ਲਾਉਂਦੇ ਰਹੇ,
ਪ੍ਰਭਾਤ ਫੇਰੀਆਂ ਕਰਦੇ ਰਹੇ, ਸਭ ਕੁਝ ਕਰਦੇ ਰਹੇ। ਵੱਡੇ ਬ੍ਰਦਰ ਸੀ ਉਹ ਦਰਬਾਰ ਸਾਹਿਬ ਜਾਂਦੇ ਰਹੇ, ਜਾ ਕੇ ਉਹਨਾਂ ਨੇ ਵੀ ਉੱਥੇ ਅਰਦਾਸ ਕਰਾਉਣੀ। ਹਰ ਕਿਸਮ ਦੇ ਬੰਦੇ ਨੇ ਇਹ ਗੱਲ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਨਸ਼ਾ ਛੁੱਟ ਜੇ। ਸ਼ਾਇਦ ਮੈਂ ਸੋਚਦਾ ਕਿ ਉਹਨਾਂ ਦੀਆਂ ਇਹ ਦੁਆਵਾਂ ਹੀ ਮੇਰੇ ਕੰਮ ਆਈਆਂ ਅਤੇ ਉਹਨਾਂ ਨੇ ਜਿਹੜੀਆਂ ਦੁਆਵਾਂ ਕੀਤੀਆਂ ਅਤੇ ਅੱਜ ਮੈਂ ਆਪਣੀ ਇੱਕ ਵਧੀਆ ਲਾਈਫ ਗੁਜ਼ਾਰ ਰਿਹਾ। ਇਹ ਕਿਹਾ ਜਾਂਦਾ ਵੀ ਨੌਜਵਾਨਾਂ ਦੇ ਨਾਲ ਨਾਲ ਬਹੁਤ ਸਾਰੀਆਂ ਲੜਕੀਆਂ ਵੀ ਨਸ਼ਾ ਕਰ ਰਹੀਆਂ। ਕੀ ਇਹ ਸਮੇਂ ਦੇ ਦੌਰਾਨ ਤੁਸੀਂ ਵੇਖਿਆ ਇਹ ਕੁਛ? ਕਿੰਨੀਆਂ ਕੁ ਲੜਕੀਆਂ, ਕਿੰਨੇ ਕੁ % ਉਹ ਵੀ ਹੈਗੀਆਂ ਨੇ? ਹਾਂ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਭਾਅ ਜੀ, ਤੁਸੀਂ ਬਿਲਕੁਲ ਸਹੀ ਮਤਲਬ ਕਿ ਸਵਾਲ ਕੀਤਾ ਕਿ ਲੜਕੀਆਂ ਵੀ ਨਸ਼ਾ ਕਰਦੀਆਂ। ਜ਼ਰੂਰ ਕਾਫੀ ਲੜਕੀਆਂ ਵੀ ਨਸ਼ਾ ਕਰਦੀਆਂ ਨੇ, ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ ਆ। ਲੜਕੀਆਂ ਨਸ਼ਾ ਕਰਦੀਆਂ ਨੇ, ਲੜਕੀਆਂ ਆਪਣੀਆਂ ਨਸ਼ੇ ਦੀ ਪੂਰਤੀ ਵਾਸਤੇ ਕਈ ਗਲਤ ਕੰਮ ਕਰ ਰਹੀਆਂ ਨੇ, ਕਈ ਕੁਛ ਕਰ ਰਹੀਆਂ ਨੇ ਅਤੇ ਉਹਦੇ ਵਿੱਚ ਮਤਲਬ ਕਿ ਲੜਕੀਆਂ ਵੀ ਇਸ ਨਸ਼ੇ ਦੇ ਵਿੱਚ ਗੁਲਤਾਨ ਹੋ ਰਹੀਆਂ ਨੇ। ਅਤੇ ਮੈਂ ਤਾਂ ਇਹੀ ਗੁਜ਼ਾਰਿਸ਼ ਕਰਾਂਗਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਪ੍ਰਤੀ ਧਿਆਨ ਰੱਖਣਾ ਚਾਹੀਦਾ ਆ ਵੀ ਨਸ਼ਾ ਕਰਨੀ ਆ। ਨਸ਼ਾ ਜਿਵੇਂ ਲੜਕੀਆਂ ਨਸ਼ਾ ਕਰਨ ਲੱਗ ਪਈਆਂ, ਜਦੋਂ ਲੜਕੀਆਂ ਵੀ ਨਸ਼ਾ ਕਰਨ ਲੱਗ ਪਈਆਂ ਨੇ ਤਾਂ ਲੜਕੀਆਂ ਹੋਰ ਜ਼ਿਆਦਾ ਉਹਨਾਂ ਦੇ ਵੱਲ ਕੋਈ ਗਲਤ ਨਿਗਾਹ ਨਾਲ ਵੇਖ ਕੇ ਨਸ਼ਾ ਦੇ ਕਰਕੇ ਉਹਨਾਂ ਦੀ ਨਸ਼ੇ ਦੀ ਪੂਰਤੀ ਕਰਕੇ ਉਹਨਾਂ ਨਾਲ ਕਈ ਤਰੀਕੇ ਦੇ ਕੋਈ ਗਲਤ ਕੰਮ ਕਰ ਸਕਦੇ ਨੇ। ਇਹ ਨਸ਼ਾ ਛੱਡਣ ਵਾਸਤੇ ਤੁਸੀਂ ਕਿਵੇਂ ਫਿਰ ਆਪਣੇ ਆਪ ਨੂੰ ਤਿਆਰ ਕੀਤਾ? ਨਸ਼ਾ ਛੱਡਣ ਵਾਸਤੇ ਜਿੱਦਾਂ ਤਿਆਰ ਕੀਤਾ, ਜਦੋਂ ਮੈਂ ਆਪਣੇ ਹੌਸਪੀਟਲ ਤੋਂ ਆਣ ਕੇ ਦੁਬਾਰਾ ਫਿਰ ਨਸ਼ੇ ਦੀ ਲੱਤ ਲੱਗਣ ਵਾਸਤੇ ਚਾਲੂ ਹੋ ਗਿਆ ਅਤੇ ਫਿਰ ਮੈਨੂੰ ਇੱਕ ਕੋਈ ਗੁਰੂ ਦਾ ਪਿਆਰਾ ਹੀ ਮਿਲਿਆ। ਓਕੇ, ਉਹਨਾਂ ਨੇ ਮੈਨੂੰ ਇੱਕ ਚੀਜ਼ ਸਮਝਾਈ ਵੀ ਆਪਣੀ ਆਦਤ ਬਦਲਣ ਵਾਸਤੇ 45 ਦਿਨ ਚਾਹੀਦੇ ਆ ਸਾਨੂੰ, ਅਤੇ ਨਸ਼ੇ ਤੋਂ ਦੂਰ ਰਹਿਣ ਦੇ ਨਾਲ 60 ਦਿਨ ਦੂਰ ਰਹਿਣ ਨਾਲ ਨਸ਼ਾ ਸਰੀਰ 'ਚੋਂ ਨਿਕਲ ਜਾਂਦਾ ਸਾਰਾ। ਕਿ 45 ਦਿਨ ਤਾਂ ਸਾਨੂੰ ਦੂਰ ਰਹਿਣਾ ਪਏਗਾ ਨਸ਼ੇ ਤੋਂ, ਅਤੇ ਦੁਨੀਆ ਛੱਡਣੀ ਪਏਗੀ, ਮੋਬਾਈਲ ਛੱਡਣਾ ਪਏਗਾ, ਸਭ ਕੁਛ ਛੱਡਣਾ ਪਏਗਾ, ਇਸ ਦੁਨੀਆ ਦੇ ਮੱਥੇ ਨਹੀਂ ਲੱਗਣਾ ਪਏਗਾ। ਅਤੇ 45 ਦਿਨ ਤੁਸੀਂ ਇੱਕ ਇਕਾਂਤਵਾਸ ਹੋ ਜਾਓ। ਉਹ ਮੈਂ ਕੀਤਾ, 45 ਦਿਨ ਹੋਇਆ। ਉਸ ਤੋਂ 45 ਦਿਨਾਂ ਬਾਅਦ ਉਹਨਾਂ 15 ਦਿਨ ਮੈਨੂੰ ਬਾਹਰ ਰੱਖ ਕੇ ਦੇਖਿਆ ਕਿ ਇਹਦਾ ਦਿਲ ਤਾਂ ਨਹੀਂ ਕਰਦਾ। ਉਹ ਨਹੀਂ ਹੋਇਆ ਜੀ। 60 ਦਿਨ ਉਹਨਾਂ ਨੇ ਮੈਨੂੰ ਆਪਣੇ ਕੋਲ ਰੱਖਿਆ ਅਤੇ ਉਹਨਾਂ ਨੇ ਇੱਕ ਹੀ ਗੱਲ ਕਹੀ ਕਿ ਤੂੰ ਇੱਕ ਹੀ ਕੰਮ ਕਰਨਾ ਹੈ ਕਿ ਹਰ ਟਾਈਮ ਗੁਰਬਾਣੀ ਪੜ੍ਹਨੀ ਹੈ। ਮੈਂ ਗੁਰਬਾਣੀ ਹੀ ਪੜ੍ਹਦਾ ਰਿਹਾ। ਸਵੇਰੇ 2 ਵਜੇ ਉੱਠ ਕੇ ਨਿਤਨੇਮ ਕਰਨ ਲੱਗ ਜਾਂਦੇ ਸੀ ਜੀ। ਫਿਰ ਦੁਪਹਿਰ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਨਾ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਨਾ, ਸਾਰੀ ਦਿਹਾੜੀ ਵਾਹਿਗੁਰੂ ਦਾ ਜਾਪ ਕਰਨਾ। ਸਿਰਫ ਉਹਨਾਂ ਨੇ ਇਹੀ ਗੱਲ ਕਹੀ ਕਿ ਗੁਰਬਾਣੀ ਪੜ੍ਹੀ ਜਾਓ ਜਿੰਨੀ ਪੜ੍ਹ ਸਕਦੀ ਜੇ। ਗੁਰਬਾਣੀ ਪੜ੍ਹ ਕੇ ਮੈਂ ਇਸ ਨਸ਼ੇ ਤੋਂ ਮੁਕਤ ਹੋਇਆ ਜੀ। ਇਹ ਨਸ਼ਾ ਕਿਤੇ ਜਾ ਕੇ ਕਿ ਆਪਣੇ ਘਰ ਦੇ ਵਿੱਚ ਫਿਰ ਇਹ ਸਾਰਾ ਕੁਛ ਕੀਤਾ? ਨਹੀਂ, ਮੈਂ ਉਹਨਾਂ ਨੇ ਵਿਦਿਆਲਿਆ ਬਣਾਇਆ ਹੋਇਆ ਸੀ ਆਪਣਾ। ਗੁਰਮਤਿ ਕਿਹੜੀ ਜਗ੍ਹਾ ਜੀ? ਇਹ ਗੁਰਮਤਿ ਵਿਦਿਆਲਿਆ ਇੱਧਰ ਹੈਗਾ ਜੀ, ਲਾਡਪੁਰ ਪਿੰਡ ਹੈ ਜੀ, ਉੱਧਰ ਹੈ ਜੀ। ਕਿਹੜੇ ਜ਼ਿਲ੍ਹੇ ਦੇ ਵਿੱਚ? ਇਹ ਜ਼ਿਲ੍ਹੇ ਖੰਨੇ ਜ਼ਿਲ੍ਹੇ ਦੇ ਵਿੱਚ ਆਉਂਦਾ ਜੀ। ਖੰਨੇ ਜ਼ਿਲ੍ਹੇ ਦੇ ਵਿੱਚ ਲਾਡਪੁਰ ਦਾ ਪਿੰਡ ਆਉਂਦਾ ਹੈ। ਉੱਥੇ ਸੀ ਉਹਨਾਂ ਨੇ ਮੈਨੂੰ ਮਤਲਬ ਕਿ ਬੜੇ ਚੰਗੇ ਤਰੀਕੇ ਨਾਲ, ਵੇਖੋ ਜੀ ਕਿਸੇ ਦੀ ਕਹਿੰਦੇ ਨਾ ਇੱਕ ਗੱਲ ਜਿਹੜੀ ਸਾਡੇ ਦਿਮਾਗ ਦੇ ਵਿੱਚ ਜਦੋਂ ਪੈ ਜਾਂਦੀ ਨਾ, ਉਹਨਾਂ ਨੇ ਸਮਝਾਇਆ ਮੈਨੂੰ ਇਸ ਤਰੀਕੇ ਨਾਲ ਕਿ ਮੈਂ ਥੋੜ੍ਹਾ ਘਰਦਿਆਂ ਤੋਂ ਖਫਾ ਹੁੰਦਾ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਸਿੱਧੇ ਰਸਤੇ 'ਤੇ ਲਿਆਉਣ ਵਾਸਤੇ ਕਿ ਘਰਦਿਆਂ ਦੇ ਨਾਲ ਅਸੀਂ ਨਾਰਾਜ਼ ਹਾਂ ਅਤੇ ਸਾਡਾ ਇੱਕ ਹੱਲ ਇਕੱਲਾ ਨਸ਼ਾ ਹੀ ਨਹੀਂ ਆ, ਹੋਰ ਵੀ ਬੜੇ ਹੱਲ ਆ ਜਿਨ੍ਹਾਂ ਨਾਲ ਅਸੀਂ ਆਪਣੇ ਘਰਦਿਆਂ ਦੇ ਨਾਲ ਗੁੱਸੇ ਗਿਲੇ ਦੂਰ ਕਰ ਸਕਦੇ ਹਾਂ। ਪਰ ਨਸ਼ਾ ਕਰਕੇ ਅਸੀਂ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਵੀ ਅਤੇ ਘਰਦਿਆਂ ਦੀਆਂ ਨਜ਼ਰਾਂ ਦੇ ਵਿੱਚ ਵੀ ਗਲਤ ਹੋ ਜਾਂਦੇ ਹਾਂ। ਜਦੋਂ ਘਰਦਿਆਂ ਦੀ ਨਜ਼ਰਾਂ 'ਚ ਗਲਤ ਹੋ ਗਿਆ, ਸਭ ਤੋਂ ਵੱਡੀ ਗਲਤੀ ਤਾਂ ਅਸੀਂ ਕਰ ਲਈ ਜੀ ਨਸ਼ਾ ਕਰਕੇ। ਜੇ ਅਸੀਂ ਨਸ਼ਾ ਨਹੀਂ ਕਰਦੇ ਤਾਂ ਅਸੀਂ ਸੱਚੇ ਹਾਂ, ਜੇ ਅਸੀਂ ਨਸ਼ਾ ਕਰ ਲਿਆ ਅਤੇ ਅਸੀਂ ਝੂਠੇ ਹਾਂ। ਸਭ ਤੋਂ ਵੱਡਾ ਗਲਤ ਕੰਮ ਤਾਂ ਅਸੀਂ ਨਸ਼ਾ ਕਰਕੇ ਕੀਤਾ। ਇਸ ਕਰਕੇ ਨਸ਼ਾ ਨਾ ਕਰੋ। ਅਤੇ ਫਿਰ ਘਰ ਦੇ ਕੋਈ ਗੱਲ ਕਰਦੇ ਨੇ ਅਤੇ ਉਹਨਾਂ ਨਾਲ ਫਿਰ ਬਹਿ ਕੇ ਸਮਝੌਤਾ ਹੋ ਸਕਦਾ। ਜੇ ਤੁਸੀਂ ਨਸ਼ਾ ਕਰਦੇ ਜੇ ਤਾਂ ਤੁਹਾਡਾ ਕੋਈ ਵੀ ਸਾਥ ਦੇਣ ਨੂੰ ਤਿਆਰ ਨਹੀਂ ਆ, ਨਾ ਸੰਸਾਰਿਕ ਬੰਦਾ, ਨਾ ਘਰ ਦੇ ਬੰਦੇ, ਨਾ ਰਿਸ਼ਤੇਦਾਰ ਬੰਦਾ, ਕਿਉਂਕਿ ਸਭ ਤੋਂ ਹੀ ਮਾੜਾ ਮੰਨਿਆ ਗਿਆ ਹੈ ਸੰਸਾਰ ਦੇ ਵਿੱਚ ਇੱਕ ਨਸ਼ੇ ਨੂੰ। ਉਹ ਕਹਿੰਦੇ ਕਿ ਸਭ ਤੋਂ ਮਾੜਾ ਕੰਮ ਅਸੀਂ ਇਹ ਕੀਤਾ। ਉਸ ਬੰਦੇ ਦੀ ਇਸ ਗੱਲ ਨੇ ਮੇਰੇ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਘਰ ਕੀਤਾ ਜੀ। ਫਿਰ ਮੈਂ ਉਸ ਬੰਦੇ ਦੀ ਇਸ ਦਿਮਾਗ ਦੇ ਗੱਲ ਨੂੰ ਦਿਮਾਗ ਵਿੱਚ ਵਸਾ ਕੇ ਇੰਨੇ ਚੰਗੇ ਤਰੀਕੇ ਨਾਲ ਸੋਚਿਆ ਕਿ ਠੀਕ ਆ, ਮੇਰੀ ਜ਼ਿੰਦਗੀ ਬਰਬਾਦ ਹੋ ਚੱਲੀ ਸੀ ਇੱਕ ਨਸ਼ੇ ਕਰਕੇ। ਮੈਂ ਆਪਣੇ ਘਰਦਿਆਂ ਤੋਂ ਜੇ ਕੋਈ ਮਾੜਾ ਮੋੜ ਥੋੜ੍ਹਾ ਬਹੁਤਾ ਉਹਨਾਂ ਨਾਲ ਪਰੇਸ਼ਾਨੀ ਹੈਗੀ ਆ ਤਾਂ ਮੈਂ ਉਹਨਾਂ ਵਰਗਾ ਹੋ ਕੇ ਉਹਨਾਂ ਨਾਲ ਨਜਿੱਠਾਂ, ਨਾ ਕਿ ਨਸ਼ਾ ਕਰਕੇ ਉਹਨਾਂ ਨੂੰ ਸਤਾ ਕੇ ਨਜਿੱਠਾਂ। ਫਿਰ ਉਹਨਾਂ ਨੇ, ਰੱਬ ਉਹਨਾਂ ਨੂੰ ਲੰਬੀ ਉਮਰ ਦੇਵੇ ਕਿ ਜਿਨ੍ਹਾਂ ਨੇ ਅੱਜ ਮੈਨੂੰ ਆਹ ਜ਼ਿੰਦਗੀ ਜੀਣ ਵਾਸਤੇ, ਮਤਲਬ ਕਿ ਇੱਕ ਨਵੀਂ ਜ਼ਿੰਦਗੀ ਦੇਣ ਵਾਸਤੇ ਉਹਨਾਂ ਨੇ ਮੈਨੂੰ ਮਤਲਬ ਕਿ ਐਡਾ ਪ੍ਰੇਰਿਤ ਕੀਤਾ। ਇਹ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਨਸ਼ਾ ਛੱਡਣਾ ਚਾਹੁੰਦੇ ਨੇ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦਿਓਗੇ ਕਿਵੇਂ ਉਹ ਛੱਡ ਸਕਦੇ ਨੇ ਇਸ ਨਸ਼ੇ ਨੂੰ? ਮੈਂ ਤਾਂ ਪਹਿਲੀ ਗੱਲ ਤਾਂ ਉਹਨਾਂ ਦੇ ਮਾਪਿਆਂ ਨੂੰ ਇੱਕ ਗੱਲ ਕਹਾਂਗਾ, ਵੇਖੋ ਜੀ ਆਪਾਂ ਸੈਂਟਰਾਂ ਦੇ ਵਿੱਚ ਬੱਚੇ ਛੱਡਦੇ ਹਾਂ। ਸੈਂਟਰਾਂ ਦੇ ਵਿੱਚ ਕੀ ਕੁਛ ਆ ਇਹ ਮੈਨੂੰ ਵੀ ਪਤਾ ਜੀ। ਮੇਰੇ ਘਰਦਿਆਂ ਨੇ ਪੁੱਛਿਆ ਸੀ ਸੈਂਟਰ ਛੱਡ ਆਈਏ, ਤਾਂ ਮੈਂ ਕਿਸੇ ਨੂੰ ਪੁੱਛਿਆ, ਕਹਿੰਦੇ ਕਿ ਸੈਂਟਰਾਂ ਵਿੱਚ ਆਮ ਗੋਲੀਆਂ ਤੰਬਾਕੂ ਮਿਲ ਜਾਂਦਾ ਹੈ।
ਮੈਂ ਇੱਕ ਗੱਲ ਕਰਨੀ ਚਾਹਾਂਗਾ ਜੀ, ਜਿੱਦਾਂ ਮੈਂ ਨਸ਼ਾ ਛੱਡਿਆ ਨਾ, ਮੈਂ ਕਹਾਂਗਾ ਕਿ ਸਭ ਤੋਂ ਸੁਖਾਲਾ ਤਰੀਕਾ ਹੀ ਨਸ਼ਾ ਛੱਡਣ ਦਾ ਉਹ ਸੀ। ਗੁਰਬਾਣੀ ਪੜ੍ਹੋ, ਜਿੱਥੇ ਨਾ ਤੁਹਾਨੂੰ ਤੰਬਾਕੂ ਮਿਲੇ, ਨਾ ਤੁਹਾਨੂੰ ਕੋਈ ਟੈਬਲੇਟ ਮਿਲੇ, ਜਿਹੜਾ ਤੁਹਾਡਾ ਟਰੀਟਮੈਂਟ ਆ ਡਾਕਟਰ ਦਾ ਟਰੀਟਮੈਂਟ ਤੁਹਾਡਾ ਸਿਰਫ ਚੱਲੇ, ਉਸ ਤੋਂ ਇਲਾਵਾ ਕੋਈ ਨਸ਼ਾ ਨਾ ਮਿਲੇ, ਅਤੇ ਤੁਸੀਂ ਜਿੱਥੇ ਗੁਰਮਤਿ ਵਿਦਿਆਲਿਆ ਜਿਹੜੇ ਬਾਬਿਆਂ ਨੇ ਖੋਲ੍ਹੇ ਹੋਏ ਨੇ ਉਹਨਾਂ ਦੇ ਕੋਲ ਜਾ ਕੇ ਅਤੇ ਉਹਨਾਂ ਕੋਲ ਨਸ਼ਾ ਛੱਡੋ, ਅਤੇ ਤੁਹਾਡਾ ਵਧੀਆ ਤਰੀਕੇ ਨਾਲ ਛੁੱਟ ਸਕਦਾ। ਜੇ ਤੁਸੀਂ ਚਾਹੋ ਕਿ ਆਹ ਸੈਂਟਰਾਂ ਦੇ ਵਿੱਚ ਜਾ ਕੇ, ਅਤੇ ਸੈਂਟਰਾਂ ਦੇ ਵਿੱਚ ਤਾਂ ਭਾਜੀ ਤੁਹਾਨੂੰ ਵੀ ਪਤਾ ਵੀ ਕਿੰਨਾ ਤਸ਼ੱਦਦ ਕੀਤਾ ਜਾਂਦਾ, ਐਵੇਂ ਨਜਾਇਜ਼ ਜਿਹੇ ਬੰਦਿਆਂ ਨੂੰ ਪਰੇਸ਼ਾਨ ਕੀਤਾ ਜਾਂਦਾ। ਮੈਂ ਤਾਂ ਇਹ ਗੱਲ ਕਰਦਾ ਕਿ ਗੁਰਬਾਣੀ ਇੱਕ ਸਭ ਤੋਂ ਵੱਡੀ ਚੀਜ਼ ਆ। ਜੇ ਨਸ਼ਾ ਛੱਡਣਾ ਹੈ ਤਾਂ ਗੁਰਬਾਣੀ ਦੇ ਲੜ ਤਾਂ ਤੁਹਾਨੂੰ ਲੱਗਣਾ ਹੀ ਪੈਣਾ। ਜੇ ਤੁਸੀਂ ਗੁਰਬਾਣੀ ਦੇ ਲੜ ਲੱਗਦੇ ਜੇ ਤਾਂ ਨਸ਼ਾ ਆਪੇ ਹੌਲੀ ਹੌਲੀ ਕਰਕੇ ਦੂਰ ਹੋ ਜਾਂਦਾ, ਕਿਉਂਕਿ ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਰੋਗਾਂ ਦਾ ਨਾਮ ਹੀ ਔਖਦ ਆ। ਅਤੇ ਜੇ ਤੁਸੀਂ ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਲਓਗੇ ਤਾਂ ਮੇਰੇ ਖਿਆਲ ਨਾਲ ਤੁਸੀਂ ਨਸ਼ਾ ਨਹੀਂ ਕਰੋਗੇ। ਬਹੁਤ ਬਹੁਤ ਧੰਨਵਾਦ ਸਰਮੁਖ ਸਿੰਘ ਜੀ। ਪਿਆਰੇ ਦੋਸਤੋ, ਇਹ ਨੌਜਵਾਨ ਜਿਨ੍ਹਾਂ ਨੇ ਆਪਣੇ ਆਪ ਨੂੰ ਤਿਆਰ ਕੀਤਾ ਨਸ਼ਾ ਛੱਡਣ ਵਾਸਤੇ, ਔਰ ਉਹਨਾਂ ਨੇ ਦੱਸਿਆ ਵੀ ਗੁਰਬਾਣੀ ਦਾ ਆਸਰਾ ਲੈ ਕੇ ਆਪਣੇ ਮਨ ਨੂੰ ਮਜ਼ਬੂਤ ਕਰਕੇ ਪਰਿਵਾਰ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਨਸ਼ਾ ਛੱਡ ਕੇ ਅੱਜ ਵਧੀਆ ਜ਼ਿੰਦਗੀ ਜੀ ਰਹੇ ਨੇ। ਔਰ ਉਸ ਨਸ਼ੇ ਕਰਕੇ ਉਹਨਾਂ ਨੇ ਆਪਣਾ ਕਾਰੋਬਾਰ ਵੀ ਖਤਮ ਕਰ ਲਿਆ ਸੀ, ਔਰ ਲੱਖਾਂ ਰੁਪਈਆ ਜਿਹੜਾ ਵਾ ਉਹ ਇਸ ਪਾਸੇ ਬਰਬਾਦ ਕੀਤਾ। ਅਤੇ ਉਹ ਨੌਜਵਾਨਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਨੇ ਵੀ ਉਹ ਵੀ ਆਪਣੇ ਮਨ ਨੂੰ ਕਰੜਾ ਕਰਕੇ ਇਸ ਨਸ਼ੇ ਦੀ ਲੱਤ ਤੋਂ ਛੁਟਕਾਰਾ ਕਰ ਸਕਦੇ ਨੇ। ਦੋਸਤੋ, ਇੱਥੇ ਹੀ ਤੁਹਾਡੇ ਕੋਲੋਂ ਚਾਹੁੰਦੇ ਹਾਂ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ੍ਰੀ ਅਕਾਲ।